प्यारे विद्यार्थियों, ਅੱਜ ਅਸੀਂ 8ਵੀਂ ਜਮਾਤ ਦਾ ਚੈਪਟਰ ਨੰਬਰ 11 ਫੋਰਸ ਐਂਡ ਪ੍ਰੈਸ਼ਰ ਯਾਨੀ ਕਿ ਬਲ ਅਤੇ ਦਾਬ ਕਰਾਂਗੇ। ਇਸ ਚੈਪਟਰ ਨੂੰ ਅਸੀਂ ਦੋ ਭਾਗਾਂ ਵਿੱਚ ਕਰਾਂਗੇ। ਪਹਿਲੇ ਭਾਗ 'ਚ ਅਸੀਂ ਫੋਰਸ ਯਾਨੀ ਕਿ ਬਲ ਬਾਰੇ ਪੜਾਂਗੇ। ਫੋਰਸ ਬਹੁਤ ਹੀ ਮਹੱਤਵਪੂਰਨ ਹੈ। ਤੁਸੀਂ ਰੋਜ਼ਾਨਾ ਜੀਵਨ 'ਚ ਜੋ ਵੀ ਕੰਮ ਕਰਦੇ ਹੋ ਫੋਰਸ ਤਾਂ ਲੱਗਦੀ ਹੀ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਪੁਸ਼ ਮੀਨਸ ਧੱਕਾ ਲੱਗਣ ਨਾਲ ਵਸਤੂ ਨੇ ਧੱਕਾ ਲੱਗਣ ਵਾਲੀ ਦਿਸ਼ਾ 'ਚ ਚੱਲਣਾ ਸ਼ੁਰੂ ਕਰ ਦਿੱਤਾ ਹੈ। ਹੁਣ ਜੇਕਰ ਅਸੀਂ ਧੱਕਾ ਉਲਟ ਦਿਸ਼ਾ ਵੱਲ ਲਗਾਉਂਦੇ ਹਾਂ ਤਾਂ ਵਸਤੂ ਵੀ ਉਸੇ ਦਿਸ਼ਾ ਵੱਲ ਚੱਲਣਾ ਸ਼ੁਰੂ ਕਰ ਦਿੰਦੀ ਹੈ। ਇਸ ਲੱਗੇ ਹੋਏ ਧੱਕੇ ਨੂੰ ਹੀ ਫੋਰਸ ਯਾਨੀ ਕਿ ਬਲ ਕਿਹਾ ਜਾਂਦਾ ਹੈ। ਪਹਿਲੇ ਭਾਗ 'ਚ ਅਸੀਂ ਫੋਰਸ ਬਾਰੇ ਹੀ ਪੜ੍ਹਨ ਜਾ ਰਹੇ ਹਾਂ। ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਤੁਸੀਂ ਆਪਣੇ ਆਲੇ ਦੁਆਲੇ ਤੋਂ ਹੋਏ ਤਜਰਬਿਆਂ 'ਤੇ ਇੱਕ ਝਾਤ ਮਾਰੋ। ਤੁਸੀਂ ਜਦੋਂ ਫੁੱਟਬਾਲ ਨੂੰ ਕਿੱਕ ਮਾਰਦੇ ਹੋ ਤਾਂ ਫੁੱਟਬਾਲ ਮੂਵ ਯਾਨੀ ਕਿ ਚੱਲਣ ਲੱਗ ਪੈਂਦਾ ਹੈ। ਜੇਕਰ ਇਹੋ ਹੀ ਕਿੱਕ ਜ਼ੋਰ ਦੀ ਮਾਰੀ ਜਾਵੇ ਤਾਂ ਫੁੱਟਬਾਲ ਤੇਜ਼ ਮੂਵ ਕਰਦਾ ਹੈ। ਗੋਲਕੀਪਰ ਬਾਲ ਨੂੰ ਰੋਕਦਾ ਹੈ ਜਾਂ ਬਾਲ ਦੀ ਦਿਸ਼ਾ ਜਿਹੜੀ ਹੈ ਉਹ ਬਦਲ ਦਿੰਦਾ ਹੈ। ਹਾਕੀ ਸਟਿਕ ਦੀ ਮਦਦ ਨਾਲ ਹਾਕੀ ਪਲੇਅਰ ਚਲਦੀ ਹੋਈ ਬਾਲ ਦੀ ਦਿਸ਼ਾ ਬਦਲ ਦਿੰਦਾ ਹੈ। ਇਹਨਾਂ ਸਾਰੇ ਤਜਰਬਿਆਂ 'ਚ ਜਾਂ ਤਾਂ ਬਾਲ ਨੂੰ ਹੌਲੀ ਜਾਂ ਤੇਜ਼ ਮੂਵ ਕਰਾਇਆ ਗਿਆ ਜਾਂ ਚਲਦੀ ਬਾਲ ਦੀ ਦਿਸ਼ਾ ਜਿਹੜੀ ਹੈ ਉਹ ਬਦਲੀ ਗਈ ਜਾਂ ਚਲਦੀ ਬਾਲ ਨੂੰ ਰੋਕਿਆ ਗਿਆ। ਇਹਨਾਂ ਉਦਾਹਰਨਾਂ ਤੋਂ ਸਾਨੂੰ ਪਤਾ ਲੱਗਾ ਕਿ ਫੋਰਸ ਜਿਹੜੀ ਹੈ ਯਾਨੀ ਕਿ ਬਲ ਜਿਹੜੀ ਹੈ ਉਹਦੇ ਲੱਗਣ ਨਾਲ ਖੜੀ ਵਸਤੂ ਨੂੰ ਚਲਾਇਆ ਜਾ ਸਕਦਾ ਹੈ। ਚਲਦੀ ਵਸਤੂ ਦੀ ਦਿਸ਼ਾ ਬਦਲੀ ਜਾ ਸਕਦੀ ਹੈ। ਚਲਦੀ ਵਸਤੂ ਦੀ ਗਤੀ ਵਧਾਈ ਜਾਂ ਘਟਾਈ ਜਾ ਸਕਦੀ ਹੈ। ਚਲਦੀ ਵਸਤੂ ਨੂੰ ਰੋਕਿਆ ਜਾ ਸਕਦਾ ਹੈ। ਆਓ ਕੁਝ ਤਸਵੀਰਾਂ ਦੀ ਮਦਦ ਨਾਲ ਕੁਝ ਹੋਰ ਜਾਣਕਾਰੀ ਹਾਸਲ ਕਰੀਏ। ਕੁਝ ਤਸਵੀਰਾਂ ਤੁਸੀਂ ਦੇਖ ਰਹੇ ਹੋ। ਪਹਿਲੀ ਤਸਵੀਰ ਨੂੰ ਕਾਰ ਨੂੰ ਧੱਕਾ ਲਗਾਇਆ ਜਾ ਰਿਹਾ ਹੈ। ਦੂਜੀ ਤਸਵੀਰ 'ਚ ਤੁਸੀਂ ਇਹ ਸੋਚੋ ਵੀ ਕੌਣ ਕਿਸ ਨੂੰ ਧੱਕਾ ਲਗਾ ਰਿਹਾ ਹੈ। ਤੀਜੀ 'ਚ ਅਸੀਂ ਇਹ ਸੋਚਾਂਗੇ ਪਤਾ ਨਹੀਂ ਕੌਣ ਕਿੰਨਾ ਖਿੱਚ ਰਿਹਾ ਹੈ, ਕਿਹਨੂੰ ਖਿੱਚ ਰਿਹਾ ਹੈ। ਇਹ ਤਸਵੀਰਾਂ ਨੂੰ ਗੌਰ ਨਾਲ ਦੇਖਣ 'ਤੇ ਸਾਨੂੰ ਸਮਝ ਆਉਂਦਾ ਹੈ ਕਿ ਫੋਰਸ ਲਗਾਉਣ ਲਈ ਘੱਟ ਤੋਂ ਘੱਟ ਦੋ ਵਸਤੂਆਂ ਵਿੱਚ ਪਰਸਪਰ ਕਿਰਿਆ ਹੋਣੀ ਜ਼ਰੂਰੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਦੋ ਵਸਤੂਆਂ ਵਿੱਚ ਪਰਸਪਰ ਕਿਰਿਆ ਦੇ ਕਾਰਨ ਉਹਨਾਂ ਵਿੱਚ ਬਲ ਲੱਗਦਾ ਹੈ। ਹੁਣ ਬਲਾਂ ਬਾਰੇ ਥੋੜ੍ਹੀ ਜਿਹੀ ਹੋਰ ਜਾਣਕਾਰੀ। ਆਓ ਬਲਾਂ ਬਾਰੇ ਕੁਝ ਹੋਰ ਸਿੱਖਣ ਦਾ ਯਤਨ ਕਰੀਏ। ਜਦੋਂ ਤੁਸੀਂ ਆਪਣੇ ਮਿੱਤਰ ਦੀ ਮਦਦ ਨਾਲ ਕਿਸੇ ਭਾਰੀ ਬੰਦ ਬਕਸੇ ਨੂੰ ਇੱਕ ਹੀ ਦਿਸ਼ਾ ਵਿੱਚ ਧੱਕਦੇ ਹੋ ਤਾਂ ਆਸਾਨੀ ਨਾਲ ਬਕਸਾ ਜਿਹੜਾ ਹੈ ਉਹ ਧੱਕਿਆ ਜਾਂਦਾ ਹੈ, ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ। ਹੁਣ ਤੁਸੀਂ ਆਪਣੇ ਮਿੱਤਰ ਨੂੰ ਉਲਟ ਦਿਸ਼ਾ ਵਿੱਚ ਧੱਕਾ ਲਗਾਉਣ ਲਈ ਕਹੋ। ਜੇਕਰ ਤੁਸੀਂ ਦੋਨੋਂ ਇੱਕੋ ਜਿਹੀ ਫੋਰਸ ਉਲਟ ਦਿਸ਼ਾ ਵਿੱਚ ਲਗਾਓਗੇ ਤਾਂ ਬਕਸਾ ਗਤੀ ਬਿਲਕੁਲ ਵੀ ਨਹੀਂ ਕਰੇਗਾ। ਪਰ ਜੇਕਰ ਤੁਸੀਂ ਦੋਨੇ ਇੱਕੋ ਜਿਹੀ ਫੋਰਸ ਨਹੀਂ ਲਗਾਉਂਦੇ ਤਾਂ ਬਕਸਾ ਗਤੀ ਕਰਨ ਲੱਗ ਜਾਂਦਾ ਹੈ ਤੇ ਬਕਸਾ ਉਸੇ ਦਿਸ਼ਾ ਦੇ ਵਿੱਚ ਗਤੀ ਕਰਦਾ ਹੈ ਜਿਸ ਦਿਸ਼ਾ ਵਿੱਚ ਲੱਗਿਆ ਬਲ ਦੂਜੇ ਨਾਲੋਂ ਜ਼ਿਆਦਾ ਹੁੰਦਾ ਹੈ। ਅਜਿਹਾ ਇਸ ਕਰਕੇ ਹੋਇਆ ਕਿਉਂਕਿ ਇੱਕ ਹੀ ਦਿਸ਼ਾ ਵਿੱਚ ਲਾਏ ਬਲ ਜੁੜ ਜਾਂਦੇ ਹਨ, ਮਤਲਬ ਕਿ ਐਡ ਹੋ ਜਾਂਦੇ ਹਨ। ਉਲਟ ਦਿਸ਼ਾ ਵਿੱਚ ਕਾਰਜ ਕਰਨ ਵਾਲੇ ਬਲ ਜਦੋਂ ਕਿਸੇ ਵਸਤੂ ਤੇ ਲੱਗਦੇ ਹਨ ਤਾਂ ਵਸਤੂ ਉੱਤੇ ਲੱਗਣ ਵਾਲਾ ਕੁੱਲ ਬਲ ਦੋਵਾਂ ਬਲਾਂ ਦੇ ਅੰਤਰ ਦੇ ਬਰਾਬਰ ਹੁੰਦਾ ਹੈ। ਫੋਰਸ ਯਾਨੀ ਕਿ ਬਲ ਕਿਸੇ ਵਸਤੂ ਦੀ ਬਣਾਵਟ ਵਿੱਚ ਵੀ ਪਰਿਵਰਤਨ ਕਰ ਸਕਦਾ ਹੈ। ਜਦੋਂ ਤੁਸੀਂ ਗੁੰਨੇ ਹੋਏ ਆਟੇ ਦੇ ਪੇੜੇ ਨੂੰ ਵੇਲਦੇ ਹੋਏ ਰੋਟੀ ਬਣਾਉਂਦੇ ਦੇਖਦੇ ਹੋ ਤਾਂ ਉਸ ਦੀ ਸ਼ਕਲ ਇੱਕਦਮ ਬਦਲ ਜਾਂਦੀ ਹੈ। ਬਲ ਦੋ ਤਰ੍ਹਾਂ ਦੇ ਹੁੰਦੇ ਨੇ। ਬਲ ਮਤਲਬ ਫੋਰਸ ਦੋ ਤਰ੍ਹਾਂ ਦੀ ਹੈ। ਨੰਬਰ 1 ਸੰਪਰਕ ਬਲ, ਜਿਹਨੂੰ ਅਸੀਂ ਕੰਟੈਕਟ ਫੋਰਸਿਸ ਦੇ ਨਾਮ ਨਾਲ ਵੀ ਜਾਣਦੇ ਹਾਂ। ਨੰਬਰ 2 ਅਸੰਪਰਕ ਬਲ, ਨਾਨ ਕੰਟੈਕਟ ਫੋਰਸਿਸ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਮੰਨ ਲਓ ਇੱਕ ਮੇਜ਼ ਦੇ ਉੱਪਰ ਤੁਹਾਡੀ ਕੋਈ ਕਿਤਾਬ ਪਈ ਹੈ, ਤੁਸੀਂ ਉਹਨੂੰ ਚੁੱਕਣਾ ਚਾਹੁੰਦੇ ਹੋ ਤੇ ਬਿਨਾਂ ਸੰਪਰਕ 'ਚ ਆਏ ਉਹ ਕਿਤਾਬ ਨੂੰ ਤੁਸੀਂ ਚੁੱਕ ਨਹੀਂ ਪਾਓਗੇ। ਉਹਦੇ ਸੰਪਰਕ 'ਚ ਤੁਹਾਨੂੰ ਆਉਣਾ ਹੀ ਪਏਗਾ ਤਾਂ ਹੀ ਉਹ ਕਿਤਾਬ ਨੂੰ ਚੁੱਕ ਸਕਦੇ ਹਾਂ ਅਸੀਂ। ਇਸੇ ਤਰ੍ਹਾਂ ਹੀ ਜੇ ਮੰਨ ਲਓ ਤੁਹਾਡੇ ਕੋਲ ਕੋਈ ਭਰੀ ਹੋਈ ਪਾਣੀ ਦੀ ਬਾਲਟੀ ਹੈ ਤੇ ਉਸ ਬਾਲਟੀ ਨੂੰ ਵੀ ਜੇ ਤੁਸੀਂ ਚੁੱਕਣਾ ਚਾਹੁੰਦੇ ਹੋ ਤੇ ਤੁਹਾਨੂੰ ਉਹਦੇ ਸੰਪਰਕ 'ਚ ਹਰ ਹਾਲਤ ਦੇ ਵਿੱਚ ਆਉਣਾ ਹੀ ਪਏਗਾ। ਇਹ ਸੰਪਰਕ ਬਲ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਦੁਆਰਾ ਲੱਗਦਾ ਹੈ, ਜਿਸ ਨੂੰ ਪੇਸ਼ੀ ਬਲ ਯਾਨੀ ਕਿ ਮਸਕੂਲਰ ਫੋਰਸ ਕਿਹਾ ਜਾਂਦਾ ਹੈ। ਪਸ਼ੂ ਵੀ ਆਪਣੀ ਸਰੀਰਕ ਕਿਰਿਆਵਾਂ
ਅਤੇ ਹੋਰ ਕਾਰਜਾਂ ਨੂੰ ਕਰਨ ਲਈ ਪੇਸ਼ੀ ਬਲ ਦੀ ਵਰਤੋਂ ਕਰਦੇ ਹਨ। ਪੇਸ਼ੀ ਬਲ ਲਗਾਉਣ ਲਈ ਸਾਨੂੰ ਵਸਤੂ ਦੇ ਸੰਪਰਕ 'ਚ ਆਉਣਾ ਪੈਂਦਾ ਹੈ। ਇਸ ਲਈ ਜੇ ਸੰਪਰਕ 'ਚ ਆਉਣਾ ਪੈ ਰਿਹਾ ਹੈ ਤੇ ਇਹ ਤੁਹਾਨੂੰ ਬਿਲਕੁਲ ਹੀ ਕਲੀਅਰ ਜਾਂ ਸਪਸ਼ਟ ਹੋ ਗਿਆ ਕਿ ਇਹ ਸੰਪਰਕ ਬਲ ਦੀ ਹੀ ਇੱਕ ਉਦਾਹਰਣ ਹੈ। ਹੁਣ ਮੰਨ ਲਓ ਫਰਸ਼ ਦੇ ਉੱਤੇ ਇੱਕ ਗੇਂਦ ਜਿਹੜੀ ਆ ਉਹ ਰਿੜਦੀ ਪਈ ਹੈ, ਹੌਲੀ ਹੌਲੀ ਉਹਦੀ ਗਤੀ ਘਟ ਜਾਂਦੀ ਹੈ ਤੇ ਘਟਦੇ ਘਟਦੇ ਅਖੀਰ ਤੇ ਆ ਕੇ ਉਹ ਜਿਹੜੀ ਗੇਂਦ ਹੈ ਉਹ ਰੁਕ ਜਾਂਦੀ ਹੈ। ਦੂਸਰੀ ਇੱਕ ਗੱਲ ਹੋਰ ਤੁਸੀਂ ਯਾਦ ਕਰੋ ਕਿ ਤੁਸੀਂ ਜਦੋਂ ਸਾਈਕਲ ਚਲਾਉਂਦੇ ਹੋ, ਸਾਈਕਲ ਚਲਾਉਂਦੇ ਸਮੇਂ ਜਦੋਂ ਤੁਸੀਂ ਪੈਡਲ ਮਾਰਨਾ ਬੰਦ ਕਰ ਦਿੰਦੇ ਹੋ ਤਾਂ ਇਹ ਵੀ ਹੌਲੀ ਹੌਲੀ ਪਹਿਲੇ ਤੇ ਧੀਮੀ ਗਤੀ ਦਾ ਨਾਲ ਚੱਲਣ ਲੱਗ ਪੈਂਦਾ ਤੇ ਅੰਤ ਵਿੱਚ ਜਾ ਕੇ ਇਹ ਰੁਕ ਜਾਂਦਾ ਸਾਈਕਲ। ਇਹਨਾਂ ਉਦਾਹਰਨਾਂ ਵਿੱਚ ਵਸਤੂਆਂ ਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦਾ ਕਾਰਨ ਕੀ ਹੈ? ਇਹਦੇ ਪਰਿਵਰਤਨ ਦਾ ਕਾਰਨ ਹੈ ਰਗੜ ਬਲ। ਰਗੜ ਬਲ ਸਾਰੀਆਂ ਗਤੀਸ਼ੀਲ ਵਸਤੂਆਂ ਉੱਤੇ ਲੱਗਦਾ ਹੈ ਅਤੇ ਇਸ ਦੀ ਦਿਸ਼ਾ ਹਮੇਸ਼ਾ ਗਤੀ ਦੀ ਦਿਸ਼ਾ ਤੋਂ ਉਲਟ ਹੁੰਦੀ ਹੈ। ਰਗੜ ਬਲ ਦੋ ਸਤਹਾਂ ਦੇ ਵਿੱਚ ਸੰਪਰਕ ਦੇ ਕਾਰਨ ਪੈਦਾ ਹੁੰਦਾ ਹੈ, ਇਸ ਲਈ ਇਹ ਵੀ ਸੰਪਰਕ ਬਲ ਦੀ ਹੀ ਇੱਕ ਉਦਾਹਰਣ ਹੈ। ਪਿਆਰੇ ਵਿਦਿਆਰਥੀਓ, ਹੁਣ ਤੁਸੀਂ ਇੱਕ ਮੰਨ ਲਓ ਕਿ ਤੁਹਾਡੇ ਕੋਲ ਚੁੰਬਕ ਦਾ ਇੱਕ ਜੋੜਾ ਹੈ। ਜਦੋਂ ਤੁਸੀਂ ਇਹਨਾਂ ਚੁੰਬਕਾਂ ਦੇ ਸਮਾਨ ਧਰੁਵਾਂ ਨੂੰ ਲਾਗੇ ਲਿਆਉਂਦੇ ਹੋ ਤੇ ਤੁਹਾਨੂੰ ਪਤਾ ਹੈ ਕੀ ਹੁੰਦਾ ਹੈ, ਉਹ ਇੱਕ ਦੂਜੇ ਨੂੰ ਆਪਣੇ ਤੋਂ ਪਰੇ ਵੱਲ ਧੱਕਣਾ ਸ਼ੁਰੂ ਕਰ ਦਿੰਦੇ ਨੇ। ਤੇ ਜਦੋਂ ਅਸੀਂ ਇਹਨਾਂ ਹੀ ਚੁੰਬਕਾਂ ਦੇ ਅਸਮਾਨ ਧਰੁਵਾਂ ਨੂੰ ਲਾਗੇ ਲਿਆਉਂਦੇ ਹਾਂ ਤਾਂ ਆ ਇੱਕ ਦੂਜੇ ਨੂੰ ਖਿੱਚਣਾ ਸ਼ੁਰੂ ਕਰ ਦਿੰਦੇ ਨੇ। ਇਹ ਪਰ ਜੋ ਵੀ ਖਿੱਚ ਰਹੇ ਨੇ ਜਾਂ ਆਪਣੇ ਨੂੰ ਪਰੇ ਧੱਕ ਰਹੇ ਨੇ, ਇਹ ਇੱਕ ਦੂਜੇ ਦੇ ਸੰਪਰਕ ਤੋਂ ਆਏ ਬਿਨਾਂ ਹੀ ਇਹ ਸਭ ਕੁਝ ਕੀਤਾ ਜਾ ਰਿਹਾ ਇਹਨਾਂ ਦੁਆਰਾ। ਇਹ ਚੁੰਬਕ ਦੂਜੇ ਚੁੰਬਕ ਉੱਤੇ ਬਗੈਰ ਸੰਪਰਕ ਵਿੱਚ ਆਏ ਹੀ ਚੁੰਬਕੀ ਬਲ ਲਗਾ ਰਹੇ ਹਨ। ਇਸ ਲਈ ਚੁੰਬਕ ਦੁਆਰਾ ਲਗਾਇਆ ਗਿਆ ਚੁੰਬਕੀ ਬਲ ਅਸੰਪਰਕ ਬਲ ਦੀ ਇੱਕ ਉਦਾਹਰਣ ਹੈ। ਹੁਣ ਮੰਨ ਲਓ ਤੁਹਾਡੇ ਕੋਲ ਇੱਕ ਪਲਾਸਟਿਕ ਦੀ ਕੰਘੀ ਹੈ, ਤੁਸੀਂ ਇਹਨੂੰ ਆਪਣੇ ਵਾਲਾਂ 'ਚ ਰਗੜਿਆ ਤਾਂ ਇਹ ਕਾਗਜ਼ ਦੇ ਛੋਟੇ ਛੋਟੇ ਟੁਕੜਿਆਂ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੰਦੀ ਹੈ। ਕੰਘੀ ਨੂੰ ਜਦੋਂ ਅਸੀਂ ਵਾਲਾਂ ਵਿੱਚ ਰਗੜਦੇ ਹਾਂ ਤੇ ਉਹਦੇ ਵਿੱਚ ਇੱਕ ਸਥਿਰ ਬਿਜਲਈ ਚਾਰਜ ਪੈਦਾ ਹੋ ਜਾਂਦਾ। ਇਹੋ ਹੀ ਸਥਿਰ ਬਿਜਲਈ ਚਾਰਜ ਜਿਹੜਾ ਬਿਨਾਂ ਸੰਪਰਕ 'ਚ ਆਏ ਕਾਗਜ਼ ਦੇ ਛੋਟੇ ਛੋਟੇ ਟੁਕੜਿਆਂ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੰਦਾ। ਇਸ ਲਈ ਸਥਿਰ ਬਿਜਲਈ ਬਲ ਜਿਹੜਾ ਹੈ ਉਹ ਵੀ ਇੱਕ ਅਸੰਪਰਕ ਬਲ ਦੀ ਹੀ ਉਦਾਹਰਣ ਹੈ। ਹੁਣ ਤੁਸੀਂ ਦੇਖੋ ਵੀ ਇੱਕ ਰੁੱਖ ਹੈ, ਉਹਦੇ ਤੋਂ ਕੋਈ ਵੀ ਫਲ, ਕੋਈ ਸੇਬ ਹੈ ਜਾਂ ਕੋਈ ਹੋਰ ਫਲ ਜਿਹੜਾ ਹੈ, ਉਹ ਜਦੋਂ ਡਿੱਗਦਾ ਹੈ ਤੇ ਉਹ ਹਮੇਸ਼ਾ ਧਰਤੀ ਵੱਲ ਹੀ ਡਿੱਗਦਾ ਹੈ। ਧਰਤੀ ਦਾ ਜਿਹੜਾ ਗੁਰਤਵੀ ਬਲ ਹੈ ਉਹ ਬਿਨਾਂ ਸੰਪਰਕ 'ਚ ਆਏ ਸੇਬ ਨੂੰ ਆਪਣੇ ਵੱਲ ਖਿੱਚ ਲੈਂਦਾ। ਇਸ ਲਈ ਗੁਰਤਵੀ ਬਲ ਜਿਹੜਾ ਹੈ ਉਹ ਵੀ ਇੱਕ ਅਸੰਪਰਕ ਬਲ ਦੀ ਹੀ ਉਦਾਹਰਣ ਹੈ। ਧੰਨਵਾਦ। ਮੈਂ ਰਜਨੀਸ਼ ਕੁਮਾਰ, BM ਸਾਇੰਸ, ਬਲਾਕ ਬਟਾਲਾ 2, ਡਿਸਟ੍ਰਿਕਟ ਗੁਰਦਾਸਪੁਰ।
ਪਿਆਰੇ ਵਿਦਿਆਰਥੀਓ, ਹੁਣ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ 8ਵੀਂ ਜਮਾਤ ਦਾ ਚੈਪਟਰ ਨੰਬਰ 11 ਬਲ ਅਤੇ ਦਾਬ ਯਾਨੀ ਕਿ ਫੋਰਸ ਐਂਡ ਪ੍ਰੈਸ਼ਰ। ਪਹਿਲੇ ਭਾਗ ਦੇ ਵਿੱਚ ਅਸੀਂ ਬਲ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਚੁੱਕੇ ਹਾਂ ਤੇ ਜਿਹੜੇ ਵਿਦਿਆਰਥੀਆਂ ਨੇ ਹਜੇ ਤੱਕ ਉਹ ਪਹਿਲਾ ਭਾਗ ਨਹੀਂ ਦੇਖਿਆ ਤਾਂ ਉਹ ਕਿਰਪਾ ਕਰਕੇ ਉਸ ਭਾਗ ਨੂੰ ਪਹਿਲੇ ਦੇਖਣ, ਫਿਰ ਹੀ ਇਸ ਭਾਗ ਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾਏ। ਆਓ ਅਸੀਂ ਹੁਣ ਸ਼ੁਰੂ ਕਰੀਏ ਇਸ ਚੈਪਟਰ ਦਾ ਭਾਗ ਨੰਬਰ 2, ਪਾਰਟ ਨੰਬਰ 2। ਇਸ ਭਾਗ ਦੇ ਵਿੱਚ ਅਸੀਂ ਪ੍ਰੈਸ਼ਰ ਯਾਨੀ ਕਿ ਦਾਬ ਬਾਰੇ ਜਾਣਕਾਰੀ ਹਾਸਲ ਕਰਾਂਗੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਫੋਰਸ ਜਿਹੜੀ ਹੈ ਮਹੱਤਵਪੂਰਨ ਹੈ, ਉਸੇ ਤਰ੍ਹਾਂ ਹੀ ਪ੍ਰੈਸ਼ਰ ਯਾਨੀ ਕਿ ਦਾਬ ਦੀ ਵੀ ਮਹੱਤਤਾ ਬਹੁਤ ਹੀ ਜ਼ਿਆਦਾ ਹੈ। ਸਭ ਤੋਂ ਪਹਿਲਾਂ ਫੋਰਸ ਐਂਡ ਪ੍ਰੈਸ਼ਰ ਬਲ ਅਤੇ ਦਾਬ ਵਿੱਚ ਸੰਬੰਧ ਬਾਰੇ ਪਤਾ ਕਰੀਏ। ਜਦੋਂ ਤੁਸੀਂ ਕਿਸੇ ਲੱਕੜੀ ਦੇ ਫੱਟੇ ਵਿੱਚ ਇੱਕ ਕਿੱਲ ਨੂੰ ਇਸ ਦੇ ਸਿਰੇ ਤੋਂ ਠੋਕਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਸਫਲ ਨਹੀਂ ਹੁੰਦੇ, ਪਰ ਜਦੋਂ ਕਿੱਲ ਨੂੰ ਤਿੱਖੇ ਸਿਰੇ ਤੋਂ ਠੋਕਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਸਫਲ ਹੋ ਜਾਂਦੇ ਹਾਂ। ਇਸੇ ਤਰ੍ਹਾਂ ਸਬਜ਼ੀਆਂ ਨੂੰ ਜਦੋਂ ਕਿਸੇ ਖੁੰਡੇ ਜਾਂ ਬਲੰਟ ਚਾਕੂ ਦੇ ਨਾਲ ਕੱਟਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਆਸਾਨੀ ਨਾਲ ਨਹੀਂ ਕੱਟੀ ਜਾਂਦੀ, ਪਰ ਜਦੋਂ ਇਹਨਾਂ ਸਬਜ਼ੀਆਂ ਨੂੰ ਹੀ ਇੱਕ ਤਿੱਖੇ ਚਾਕੂ ਨਾਲ ਕੱਟਦੇ ਹਾਂ ਤਾਂ ਇਹ ਆਸਾਨੀ ਨਾਲ ਕੱਟੀਆਂ ਜਾਂਦੀਆਂ ਹਨ। ਇਹਨਾਂ ਉਦਾਹਰਨਾਂ ਤੋਂ ਸਾਨੂੰ ਇੰਜ ਲੱਗਦਾ ਹੈ ਕਿ ਜਿਸ ਖੇਤਰਫਲ ਉੱਤੇ ਬਲ ਲਗਾਇਆ ਜਾਂਦਾ ਹੈ ਉਹ ਇਹਨਾਂ ਕਾਰਜਾਂ ਨੂੰ ਆਸਾਨ ਬਣਾਉਣ ਵਿੱਚ ਇੱਕ ਭੂਮਿਕਾ ਨਿਭਾਉਂਦਾ ਹੈ। ਜਿਵੇਂ ਕਿ ਲੱਕੜ ਦੇ ਫੱਟੇ ਵਿੱਚ ਤਿੱਖੇ ਸਿਰੇ ਤੋਂ ਠੋਕਿਆ ਕਿੱਲ ਆਸਾਨੀ ਨਾਲ ਫੱਟੇ 'ਚ ਠੁੱਕ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੇ ਇਕਾਈ ਖੇਤਰਫਲ ਉੱਤੇ ਲੱਗਣ ਵਾਲੇ ਬਲ ਨੂੰ ਹੀ ਦਾਬ ਕਿਹਾ ਜਾਂਦਾ ਹੈ। ਭਾਵ ਦਾਬ ਬਰਾਬਰੇ ਬਲ ਬਟਾ ਖੇਤਰਫਲ ਜਿਸ ਉੱਤੇ ਬਲ ਲੱਗਦਾ ਹੈ। ਕੁਲੀਆਂ ਨੂੰ ਜਦੋਂ ਭਾਰੀ ਸਮਾਨ ਚੁੱਕਣਾ ਹੁੰਦਾ ਹੈ ਤਾਂ ਉਹ ਆਪਣੇ ਸਿਰ ਉੱਤੇ ਇੱਕ ਕੱਪੜੇ ਦਾ ਗੋਲ ਲਪੇਟ ਰੱਖ ਲੈਂਦੇ ਹਨ, ਜਿਸ ਨਾਲ ਉਹ ਆਪਣੇ ਸਰੀਰ ਤੋਂ ਸਮਾਨ ਦੇ ਸੰਪਰਕ ਖੇਤਰਫਲ ਨੂੰ ਵਧਾ ਲੈਂਦੇ ਹਨ। ਇਸ ਕਰਕੇ ਉਹਨਾਂ ਦੇ ਸਰੀਰ 'ਤੇ ਲੱਗਣ ਵਾਲਾ ਦਾਬ ਘੱਟ ਹੋ ਜਾਂਦਾ ਹੈ ਤੇ ਉਹ ਸਮਾਨ ਨੂੰ ਆਸਾਨੀ ਨਾਲ ਚੁੱਕ ਲੈਂਦੇ ਹਨ। ਇਹਦਾ ਮਤਲਬ ਦਾਬ ਜਿਹੜਾ ਹੈ ਉਹਦਾ ਅਸੀਂ ਜੇ ਫਾਰਮੂਲੇ ਦੀ ਗੱਲ ਕਰੀਏ, ਪ੍ਰੈਸ਼ਰ ਬਰਾਬਰੇ ਫੋਰਸ ਬਟਾ ਏਰੀਆ ਯਾਨੀ ਕਿ ਦਾਬ ਬਰਾਬਰੇ ਬਲ ਬਟਾ ਖੇਤਰਫਲ ਜਿਸ ਉੱਤੇ ਬਲ ਲੱਗਦਾ ਹੈ। ਇਸ ਫਾਰਮੂਲੇ ਵਿੱਚ ਖੇਤਰਫਲ ਤੁਸੀਂ ਦੇਖੋ ਡਿਨੋਮੀਨੇਟਰ ਵਿੱਚ ਹੈ, ਮਤਲਬ ਹਰ ਦੇ ਵਿੱਚ ਹੈ। ਇਸ ਲਈ ਜੇ ਫੋਰਸ ਬਲ ਬਰਾਬਰ ਹੋਵੇ ਤਾਂ ਸਤ੍ਹਾ ਦਾ ਖੇਤਰਫਲ ਜਿੰਨਾ ਘੱਟ ਹੋਵੇਗਾ ਉਸ ਉੱਤੇ ਦਾਬ ਓਨਾ ਹੀ ਜ਼ਿਆਦਾ ਹੋਵੇਗਾ। ਕਿੱਲ ਦੇ ਤਿੱਖੇ ਸਿਰੇ ਦਾ ਖੇਤਰਫਲ ਇਸ ਦੇ ਸਿਰ ਦੀ ਤੁਲਨਾ ਵਿੱਚ ਬਹੁਤ ਘੱਟ ਹੈ। ਇਸ ਕਰਕੇ ਹੀ ਉਹੋ ਹੀ ਬਲ ਕਿੱਲ ਦੇ ਤਿੱਖੇ ਸਿਰੇ ਨੂੰ ਲੱਕੜੀ ਦੇ ਤਖਤੇ ਵਿੱਚ ਠੋਕਣ ਲਈ ਕਾਫੀ ਦਾਬ ਪੈਦਾ ਕਰ ਦਿੰਦਾ ਹੈ। ਇਹ ਕਾਰਨ ਹੈ ਕਿ ਮੋਢੇ 'ਤੇ ਲਟਕਾਉਣ ਵਾਲੇ ਥੈਲੇ ਵਿੱਚ ਚੌੜੀ ਪੱਟੀ ਲਾਈ ਜਾਂਦੀ ਹੈ ਪਰ ਬਰੀਕ ਪੱਟੀ ਨਹੀਂ ਲਗਾਈ ਜਾਂਦੀ। ਇਸੇ ਤਰ੍ਹਾਂ ਕੱਟਣ ਅਤੇ ਸੁਰਾਖ ਕਰਨ ਵਾਲੇ ਯੰਤਰਾਂ ਦੇ ਸਿਰੇ ਹਮੇਸ਼ਾ ਤਿੱਖੇ ਹੁੰਦੇ ਹਨ। ਆਓ ਜਾਣੀਏ ਕਿ ਕੀ ਦਰਵ ਅਤੇ ਗੈਸਾਂ ਵੀ ਦਾਬ ਲਗਾਉਂਦੀਆਂ ਹਨ? ਕੀ ਇਹ ਵੀ ਉਸ ਖੇਤਰਫਲ ਉੱਤੇ ਨਿਰਭਰ ਕਰਦਾ ਹੈ ਜਿਸ ਉੱਤੇ ਬਲ ਕਾਰਜ ਕਰਦਾ ਹੈ? ਆਓ ਇੱਕ ਕਿਰਿਆ ਕਰੀਏ, ਕਿਰਿਆ ਨੂੰ ਕਰਕੇ ਦੇਖਦੇ ਹਾਂ। ਪਾਰਦਰਸ਼ੀ ਕੱਚ ਦੀ ਇੱਕ ਨਲੀ ਲਓ। ਨਲੀ ਦੀ ਲੰਬਾਈ ਲਗਭਗ 15 ਸੈਂਟੀਮੀਟਰ ਅਤੇ ਇਸ ਦਾ ਵਿਆਸ ਲਗਭਗ 5.75 ਸੈਂਟੀਮੀਟਰ ਹੋਣਾ ਚਾਹੀਦਾ ਹੈ। ਇੱਕ ਚੰਗੀ ਪਤਲੀ ਰਬੜ ਦੀ ਸ਼ੀਟ ਵੀ ਲਓ। ਤੁਸੀਂ ਗੁਬਾਰੇ ਦੀ ਰਬੜ ਦੀ ਵੀ ਵਰਤੋਂ ਕਰ ਸਕਦੇ ਹੋ। ਪਾਈਪ ਦੇ ਇੱਕ ਸਿਰੇ ਉੱਤੇ ਰਬੜ ਦੀ ਸ਼ੀਟ ਨੂੰ ਖਿੱਚ ਕੇ ਬੰਨ੍ਹ ਦਿਓ। ਪਾਈਪ ਨੂੰ ਖੜ੍ਹੇ ਦਾ ਯਾਨੀ ਕਿ ਵਰਟੀਕਲ ਪੋਜੀਸ਼ਨ ਵਿੱਚ ਰੱਖਦੇ ਹੋਏ ਵਿਚਕਾਰੋਂ ਫੜੋ। ਜਦੋਂ ਪਾਈਪ 'ਚ ਕੁਝ ਪਾਣੀ ਪਾਇਆ ਜਾਂਦਾ ਹੈ
ਤਾਂ ਰਬੜ ਦੀ ਸ਼ੀਟ ਬਾਹਰ ਵੱਲ ਵੱਧ ਜਾਂਦੀ ਹੈ। ਪਾਈਪ ਵਿੱਚ ਪਾਣੀ ਦੇ ਕਾਲਮ ਦੀ ਉਚਾਈ ਵੀ ਨੋਟ ਕਰ ਲਓ। ਹੁਣ ਪਾਈਪ 'ਚ ਕੁਝ ਹੋਰ ਪਾਣੀ ਪਾਓ। ਤੁਸੀਂ ਦੇਖੋਗੇ ਕਿ ਰਬੜ ਦੀ ਸ਼ੀਟ ਦਾ ਫੈਲਾਅ ਪਹਿਲੇ ਨਾਲੋਂ ਵੱਧ ਗਿਆ ਹੈ ਤੇ ਨਾਲ ਹੀ ਪਾਣੀ ਦੀ ਜਿਹੜੀ ਉਚਾਈ ਹੈ ਉਸ ਕਾਲਮ ਦੀ ਉਚਾਈ ਪਹਿਲੇ ਨਾਲੋਂ ਵੱਧ ਹੋ ਗਈ ਹੈ। ਹੁਣ ਸਾਨੂੰ ਸਮਝ ਤੇ ਆ ਹੀ ਗਿਆ ਕਿ ਬਰਤਨ ਦੇ ਤਲੇ ਤੇ ਪਾਣੀ ਦੁਆਰਾ ਲਾਇਆ ਜਾਣ ਵਾਲਾ ਦਾਬ ਪਾਣੀ ਦੇ ਕਾਲਮ ਦੀ ਉਚਾਈ ਤੇ ਨਿਰਭਰ ਕਰਦਾ ਹੈ, ਕਿਉਂਕਿ ਜਦੋਂ ਅਸੀਂ ਪਾਣੀ ਉਸ ਪਾਈਪ ਦੇ ਵਿੱਚ ਵੱਧ ਪਾਇਆ ਤੇ ਗੁਬਾਰਾ ਵੱਧ ਫੁੱਲ ਗਿਆ ਸੀ। ਇਸ ਤਰ੍ਹਾਂ ਕਰਨ ਨਾਲ ਸਾਨੂੰ ਸਮਝ ਆ ਗਿਆ ਕਿ ਕਿਸੇ ਵੀ ਬਰਤਨ ਦੇ ਤਲੇ ਤੇ ਪਾਣੀ ਦੁਆਰਾ ਲਾਇਆ ਜਾਣ ਵਾਲਾ ਦਾਬ ਪਾਣੀ ਦੇ ਕਾਲਮ ਦੀ ਉਚਾਈ ਤੇ ਨਿਰਭਰ ਕਰਦਾ ਹੈ, ਕਿਉਂਕਿ ਤੁਸੀਂ ਦੇਖਿਆ ਕਿ ਜਦੋਂ ਅਸੀਂ ਪਾਣੀ ਵੱਧ ਪਾਇਆ ਤੇ ਰਬੜ ਦੀ ਸ਼ੀਟ ਦਾ ਫੈਲਾਅ ਵੀ ਵੱਧ ਗਿਆ ਸੀ। ਆਓ ਇੱਕ ਹੋਰ ਕਿਰਿਆ ਕਰੀਏ। ਪਲਾਸਟਿਕ ਦੀ ਇੱਕ ਬੋਤਲ ਲਓ। ਤੁਸੀਂ ਪਾਣੀ ਜਾਂ ਠੰਡੇ ਯਾਨੀ ਕਿ ਸੌਫਟ ਡਰਿੰਕ ਦੀ ਵਰਤੀ ਜਾ ਚੁੱਕੀ ਬੋਤਲ ਵੀ ਲੈ ਸਕਦੇ ਹੋ। ਬੋਤਲ ਦੇ ਥੱਲੇ ਦੇ ਨੇੜੇ ਕੁਝ ਸੈਂਟੀਮੀਟਰ ਲੰਮੀ ਕੱਚ ਦੀ ਇੱਕ ਬੇਲਣਾਕਾਰ ਨਾਲੀ ਲਗਾ ਦਿਓ। ਅਜਿਹਾ ਕਰਨ ਲਈ ਤੁਸੀਂ ਕੱਚ ਦੀ ਨਲੀ ਦੇ ਇੱਕ ਸਿਰੇ ਨੂੰ ਥੋੜ੍ਹਾ ਜਿਹਾ ਗਰਮ ਕਰਕੇ ਜਲਦੀ ਨਾਲ ਬੋਤਲ ਦੇ ਥੱਲੇ ਖੁਭਾ ਦਿਓ। ਹੁਣ ਇਹ ਸੁਨਿਸ਼ਚਿਤ ਕਰ ਲਓ ਕਿ ਜੋੜ ਦੇ ਨੇੜਿਓਂ ਪਾਣੀ ਨਾ ਰਿਸੇ। ਜੇਕਰ ਪਾਣੀ ਰਿਸਦਾ ਹੈ ਤਾਂ ਇਸ ਨੂੰ ਪਿਘਲੀ ਮੋਮ ਨਾਲ ਚੰਗੀ ਤਰ੍ਹਾਂ ਬੰਦ ਕਰ ਦਿਓ। ਕੱਚ ਦੀ ਨਲੀ ਦੇ ਮੂੰਹ ਨੂੰ ਪਤਲੀ ਰਬੜ ਦੀ ਸ਼ੀਟ ਨਾਲ ਬੰਦ ਕਰੋ। ਹੁਣ ਬੋਤਲ ਨੂੰ ਅੱਧਾ ਪਾਣੀ ਨਾਲ ਭਰ ਦਿਓ। ਤੁਸੀਂ ਦੇਖਦੇ ਹੋ ਕੱਚ ਦੀ ਨਲੀ ਦੇ ਮੂੰਹ ਉੱਤੇ ਲਾਈ ਗਈ ਰਬੜ ਦੀ ਸ਼ੀਟ ਫੁੱਲ ਜਾਂਦੀ ਹੈ। ਹੁਣ ਬੋਤਲ ਵਿੱਚ ਕੁਝ ਪਾਣੀ ਹੋਰ ਪਾ ਦਿਓ। ਤੁਸੀਂ ਦੇਖੋਗੇ ਕਿ ਰਬੜ ਦੀ ਸ਼ੀਟ ਦਾ ਫੈਲਾਅ ਵੱਧ ਜਾਂਦਾ ਹੈ। ਸੋ ਇਸ ਕਿਰਿਆ ਤੋਂ ਸਾਨੂੰ ਇਹ ਸਮਝ ਆ ਗਿਆ ਹੋਵੇਗਾ ਕਿ ਦਰਵ ਬਰਤਨ ਦੀਆਂ ਦੀਵਾਰਾਂ ਉੱਤੇ ਵੀ ਦਾਬ ਪਾਉਂਦਾ ਹੈ। ਆਓ ਇੱਕ ਹੋਰ ਕਿਰਿਆ ਦੀ ਮਦਦ ਨਾਲ ਦਰਵਾਂ ਦੁਆਰਾ ਲਾਏ ਦਾਬ ਬਾਰੇ ਜਾਣਕਾਰੀ ਹਾਸਲ ਕਰੀਏ। ਪਲਾਸਟਿਕ ਦੀ ਇੱਕ ਖਾਲੀ ਬੋਤਲ ਲਓ। ਤੁਸੀਂ ਬੇਲਣਾਕਾਰ ਬਰਤਨ, ਟੈਲਕਮ ਪਾਊਡਰ ਦਾ ਖਾਲੀ ਡੱਬਾ, ਠੰਡੇ ਯਾਨੀ ਸੌਫਟ ਡਰਿੰਕ ਦੀ ਪਲਾਸਟਿਕ ਦੀ ਬੋਤਲ ਦੀ ਵਰਤੋਂ ਵੀ ਕਰ ਸਕਦੇ ਹੋ। ਬੋਤਲ ਦੇ ਥੱਲੇ ਵੱਲ ਚਾਰੇ ਪਾਸੇ ਸੁਰਾਖ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਸੁਰਾਖ ਬੋਤਲ ਦੇ ਥੱਲੇ ਤੋਂ ਬਰਾਬਰ ਉਚਾਈ ਤੇ ਹੋਣ। ਬੋਤਲ ਨੂੰ ਪਾਣੀ ਨਾਲ ਭਰ ਦਿਓ। ਅਸੀਂ ਦੇਖਾਂਗੇ ਕਿ ਪਾਣੀ ਸੁਰਾਖਾਂ ਵਿੱਚੋਂ ਨਿਕਲਣਾ ਸ਼ੁਰੂ ਕਰ ਦਿੰਦਾ ਹੈ, ਪਰ ਨਿਕਲਦਾ ਪਾਣੀ ਬੋਤਲ ਤੋਂ ਬਰਾਬਰ ਦੂਰੀ ਤੇ ਡਿੱਗਦਾ ਹੈ। ਇਸ ਕਿਰਿਆ ਤੋਂ ਸਾਨੂੰ ਇਹ ਸਮਝ ਆ ਗਿਆ ਕਿ ਦਰਵ ਬਰਤਨ ਦੀਆਂ ਦੀਵਾਰਾਂ ਉੱਤੇ ਸਮਾਨ ਡੂੰਘਾਈ ਤੇ ਸਮਾਨ ਦਾਬ ਪਾਉਂਦੇ ਹਨ। ਪਿਆਰੇ ਵਿਦਿਆਰਥੀਓ, ਤੁਸੀਂ ਕਈ ਵਾਰੀ ਪਾਣੀ ਦੀ ਸਪਲਾਈ ਦੇ ਲਈ ਵਰਤੇ ਜਾਣ ਵਾਲੇ ਪਾਈਪ ਦੇ ਲੀਕ ਕਰਦੇ ਹੋਏ ਜੋੜਾਂ ਜਾਂ ਸੁਰਾਖਾਂ ਵਿੱਚੋਂ ਪਾਣੀ ਦੇ ਫੁਹਾਰਿਆਂ ਨੂੰ ਦੇਖਿਆ ਹੋਵੇਗਾ। ਪਾਣੀ ਦੇ ਫੁਹਾਰੇ ਵੀ ਪਾਣੀ ਦੁਆਰਾ ਪਾਈਪ ਦੀਆਂ ਦੀਵਾਰਾਂ ਉੱਤੇ ਲਾਏ ਜਾਣ ਵਾਲੇ ਦਾਬ ਦੇ ਕਾਰਨ ਹੀ ਹਨ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਜਦੋਂ ਤੁਸੀਂ ਕਿਸੇ ਗੁਬਾਰੇ ਨੂੰ ਫੈਲਾਉਂਦੇ ਹੋ ਤਾਂ ਉਸ ਦੇ ਮੂੰਹ ਨੂੰ ਬੰਦ ਕਰਨਾ ਪੈਂਦਾ ਹੈ। ਹੁਣ ਮੰਨ ਲਓ ਤੁਹਾਡੇ ਕੋਲ ਇੱਕ ਅਜਿਹਾ ਗੁਬਾਰਾ ਹੈ ਜਿਸ ਵਿੱਚ ਇੱਕ ਸੁਰਾਖ ਹੈ। ਹੁਣ ਤੁਸੀਂ ਜਦੋਂ ਇਸ ਨੂੰ ਫੈਲਾਉਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਨਹੀਂ ਫੁੱਲੇਗਾ। ਯਾਦ ਕਰੋ ਕਿ ਜੇ ਸਾਈਕਲ ਦੀ ਟਿਊਬ ਵਿੱਚ ਪੈਂਚਰ ਹੋ ਜਾਵੇ ਤਾਂ ਇਸ ਦੇ ਅੰਦਰ ਦੀ ਹਵਾ ਨਿਕਲ ਜਾਂਦੀ ਹੈ। ਫੈਲਾਏ ਹੋਏ ਗੁਬਾਰੇ ਅਤੇ ਸਾਈਕਲ ਦੀ ਟਿਊਬ ਦੇ ਅੰਦਰ ਦੀਆਂ ਦੀਵਾਰਾਂ ਉੱਤੇ ਹਵਾ ਦਾਬ ਪਾਉਣ ਕਰਕੇ ਹੀ ਇਹ ਸਭ ਕੁਝ ਹੋ ਰਿਹਾ ਹੈ। ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਗੈਸਾਂ ਜਿਸ ਬਰਤਨ ਵਿੱਚ ਰੱਖੀਆਂ ਜਾਂਦੀਆਂ ਹਨ ਉਸ ਬਰਤਨ ਦੀਆਂ ਦੀਵਾਰਾਂ ਉੱਤੇ ਦਾਬ ਪਾਉਂਦੀਆਂ ਹਨ। ਪਿਆਰੇ ਵਿਦਿਆਰਥੀਓ, ਸਾਡੇ ਆਲੇ ਦੁਆਲੇ ਹਵਾ ਦਾ ਇੱਕ ਘੇਰਾ ਹੈ। ਹਵਾ ਦੇ ਇਸ ਘੇਰੇ ਨੂੰ ਅਸੀਂ ਵਾਯੂਮੰਡਲ ਕਹਿੰਦੇ ਹਾਂ।
ਵਾਯੂਮੰਡਲੀ ਹਵਾ ਧਰਤੀ ਦੇ ਤਲ ਤੋਂ ਕਈ ਕਿਲੋਮੀਟਰ ਉੱਤੇ ਤੱਕ ਫੈਲੀ ਹੋਈ ਹੈ। ਇਸ ਵਾਯੂਮੰਡਲੀ ਹਵਾ ਦੁਆਰਾ ਲਾਏ ਗਏ ਦਾਬ ਨੂੰ ਵਾਯੂਮੰਡਲੀ ਦਾਬ ਕਿਹਾ ਜਾਂਦਾ ਹੈ। ਆਓ ਇੱਕ ਇਕਾਈ ਖੇਤਰਫਲ ਦੀ ਕਲਪਨਾ ਕਰੀਏ ਅਤੇ ਇਸ ਦੇ ਉੱਤੇ ਹਵਾ ਨਾਲ ਭਰਿਆ ਇੱਕ ਲੰਬਾ ਵੇਲਣ ਖਲੋਤਾ ਹੋਇਆ ਮਹਿਸੂਸ ਕਰੀਏ ਤਾਂ ਇਸ ਵੇਲਣ ਵਿੱਚ ਹਵਾ ਦਾ ਭਾਰ ਵਾਯੂਮੰਡਲੀ ਦਾਬ ਦੇ ਬਰਾਬਰ ਹੋਏਗਾ। ਯਾਨੀ ਕਿ ਵਾਯੂਮੰਡਲੀ ਦਾਬ ਇਕਾਈ ਖੇਤਰਫਲ ਤੇ ਲੱਗਣ ਵਾਲਾ ਹਵਾ ਦਾ ਭਾਰ ਦੋਵੇਂ ਹੀ ਬਰਾਬਰ ਹੁੰਦੇ ਹਨ। ਪਿਆਰੇ ਵਿਦਿਆਰਥੀਓ, ਇੱਕ ਚੰਗੀ ਰਬੜ ਦਾ ਇੱਕ ਚੂਸਕ, ਜਿਸ ਨੂੰ ਅਸੀਂ ਸ਼ੱਕਰ ਵੀ ਕਹਿੰਦੇ ਹਾਂ, ਉਹ ਲਓ। ਦੇਖਣ 'ਚ ਇੱਕ ਕੱਪ ਵਾਂਗ ਦਿਖਾਈ ਦਿੰਦਾ ਹੈ। ਚੂਸਕ ਨੂੰ ਕਿਸੇ ਸਮਤਲ ਸਤ੍ਹਾ ਉੱਤੇ ਜ਼ੋਰ ਨਾਲ ਦਬਾਉਣ 'ਤੇ ਇਹ ਸਤ੍ਹਾ ਨਾਲ ਚਿਪਕ ਜਾਏਗਾ। ਹੁਣ ਜੇਕਰ ਤੁਸੀਂ ਚੂਸਕ ਨੂੰ ਸਤ੍ਹਾ ਤੋਂ ਚੁੱਕ ਕੇ ਵੱਖ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਚੂਸਕ ਉੱਤੇ ਲੱਗਣ ਵਾਲੇ ਵਾਯੂਮੰਡਲੀ ਦਾਬ ਨਾਲੋਂ ਵੱਧ ਬਲ ਲਗਾਉਣਾ ਪਵੇਗਾ। ਪਰ ਜੇਕਰ ਅਸੀਂ ਕਿਸੇ ਤਰ੍ਹਾਂ ਚੂਸਕ ਅਤੇ ਸਤ੍ਹਾ ਵਿੱਚੋਂ ਸਾਰੀ ਹਵਾ ਕੱਢ ਲਈਏ ਤਾਂ ਕਿਸੇ ਮਨੁੱਖ ਲਈ ਚੂਸਕ ਨੂੰ ਸਤ੍ਹਾ ਤੋਂ ਖਿੱਚ ਕੇ ਵੱਖ ਕਰਨਾ ਸੰਭਵ ਨਹੀਂ ਹੋਏਗਾ। ਇਸ ਕਿਰਿਆ ਤੋਂ ਤੁਹਾਨੂੰ ਇਹ ਅੰਦਾਜ਼ਾ ਹੋ ਹੀ ਗਿਆ ਕਿ ਵਾਯੂਮੰਡਲੀ ਦਾਬ ਦੀ ਮਾਤਰਾ ਬਹੁਤ ਹੀ ਜ਼ਿਆਦਾ ਹੁੰਦੀ ਹੈ। ਮੰਨ ਲਓ ਤੁਹਾਡੇ ਸਿਰ ਦਾ ਖੇਤਰਫਲ 15 ਸੈਂਟੀਮੀਟਰ ਗੁਣਾ 15 ਸੈਂਟੀਮੀਟਰ ਬਰਾਬਰੇ 225 ਵਰਗ ਸੈਂਟੀਮੀਟਰ ਹੈ ਅਤੇ ਵਾਯੂਮੰਡਲ ਦੀ ਉਚਾਈ ਦੇ ਬਰਾਬਰ ਉਚਾਈ ਵਿੱਚ ਹਵਾ ਦਾ ਪੁੰਜ 225 ਕਿਲੋਗ੍ਰਾਮ ਹੈ ਤਾਂ ਹਵਾ ਦਾ ਭਾਰ 2250 ਨਿਊਟਨ ਦੇ ਬਰਾਬਰ ਹੁੰਦਾ ਹੈ। ਸੋਚਣ ਵਾਲੀ ਗੱਲ ਹੈ ਕਿ ਇੰਨੇ ਜ਼ਿਆਦਾ ਭਾਰ ਦੇ ਕਾਰਨ ਤਾਂ ਸਾਨੂੰ ਫਿਸ ਹੀ ਜਾਣਾ ਚਾਹੀਦਾ ਹੈ, ਪਰ ਇਸ ਦੇ ਉਲਟ ਇਹ ਸਾਨੂੰ ਮਹਿਸੂਸ ਤੱਕ ਵੀ ਨਹੀਂ ਹੁੰਦਾ। ਅਸਲ 'ਚ ਇਹ ਸਾਡੇ ਸਰੀਰ ਦੇ ਅੰਦਰ ਦਾ ਦਾਬ ਵੀ ਵਾਯੂਮੰਡਲੀ ਦਾਬ ਦੇ ਬਰਾਬਰ ਹੁੰਦਾ ਹੈ, ਜੋ ਕਿ ਵਾਯੂਮੰਡਲੀ ਦਾਬ ਨੂੰ ਬੇਅਸਰ ਕਰ ਦਿੰਦਾ ਹੈ। ਪਿਆਰੇ ਵਿਦਿਆਰਥੀਓ, ਉਮੀਦ ਕਰਦਾ ਕਿ ਤੁਹਾਨੂੰ 8ਵੀਂ ਜਮਾਤ ਦਾ ਚੈਪਟਰ ਨੰਬਰ 11 ਫੋਰਸ ਐਂਡ ਪ੍ਰੈਸ਼ਰ ਯਾਨੀ ਕਿ ਬਲ ਅਤੇ ਦਾਬ ਦੀ ਸੰਪੂਰਨ ਜਾਣਕਾਰੀ ਮਿਲ ਗਈ ਹੈ। ਮੈਂ ਰਜਨੀਸ਼ ਕੁਮਾਰ, BM ਸਾਇੰਸ, ਬਲਾਕ ਬਟਾਲਾ 2, ਡਿਸਟ੍ਰਿਕਟ ਗੁਰਦਾਸਪੁਰ। ਧੰਨਵਾਦ।